नमस्कार, खबरां दे इस बुलेटिन च तुहाडा स्वागत। मैं हां परमिंदर कौर। पहलां पेश ने चोणवीआं खबरां। औरतां दीआं समाजिक, आर्थिक, सभ्याचारक ਅਤੇ सियासी प्राप्तियां ਨੂੰ ਉਜਾਗਰ ਕਰਨ ਦੀ ਸੋਚ ਨਾਲ ਕੌਮੀ ਮਹਿਲਾ ਦਿਵਸ ਮੌਕੇ ਕਰਵਾਏ ਜਾ ਰਹੇ ਨੇ ਕਈ ਸਮਾਗਮ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ 29 ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। प्रधानमंत्री नरेंद्र मोदी ने अभिलाषी अर्थचारे लिए विकास ਅਤੇ ਵਿੱਤ पोषण बारे एक ਵੈਬੀਨਾਰ ਨੂੰ ਸੰਬੋਧਨ ਕੀਤਾ। ਕਿਹਾ ਬਰਾਮਦ ਨੂੰ ਵਧਾਉਣ ਅਤੇ ਦੂਜੇ ਦੇਸ਼ਾਂ ਤੇ ਨਿਰਭਰਤਾ ਘਟਾਉਣ ਲਈ ਸਰਕਾਰ ਕਰ ਰਹੀ ਹੈ ਉਪਰਾਲੇ। ਪੰਜਾਬ ਵਿਧਾਨ ਸਭਾ ਚੋਣਾਂ ਦੀ ਵੀਰਵਾਰ ਨੂੰ ਹੋਣ ਵਾਲੀ ਗਿਣਤੀ ਲਈ ਵੱਡੇ ਪੱਧਰ ਤੇ ਤਿਆਰੀਆਂ ਜਾਰੀ। यूक्रेन तो ऑपरेशन गंगा तहत भारतीय विद्यार्थियों ते नागरिकों की सुरक्षित घर वापसी जारी। ते हुण खबरां विस्तार नाल। ਅੱਜ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 8 ਮਾਰਚ ਨੂੰ ਔਰਤਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਸਿਆਸੀ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਸੋਚ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦੇ ਮਹਿਲਾ ਦਿਵਸ ਦਾ ਥੀਮ ਹੈ ਬ੍ਰੇਕ ਦਾ ਬਾਇਸ, ਯਾਨੀ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਧਾਰਨਾਵਾਂ ਨੂੰ ਤੋੜਨਾ। ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਅੱਜ ਕਈ ਸਮਾਗਮ ਕਰਵਾਏ ਜਾ ਰਹੇ ਨੇ। राष्ट्रपति रामनाथ कोविंद ने राष्ट्रपति भवन च कौमांतरी महिला दिवस मौके देश ਦੀਆਂ 29 ਔਰਤਾਂ ਨੂੰ ਸਾਲ 2020 ਅਤੇ 2021 ਲਈ 28 ਵਰਗਾਂ 'ਚ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਭਾਸ਼ਾ ਵਿਗਿਆਨ, ਉਦਮਤਾ, ਖੇਤੀਬਾੜੀ, ਸਮਾਜਿਕ ਕਾਰਜ, ਕਲਾ ਤੇ ਸ਼ਿਲਪਕਾਰੀ, ਮਰਚੈਂਟ ਨੇਵੀ, ਸਿੱਖਿਆ ਤੇ ਸਾਹਿਤ, ਦਿਵਿਆਂਗਤਾ ਅਧਿਕਾਰ ਵਰਗੇ ਖੇਤਰਾਂ 'ਚ ਦਿੱਤੇ ਗਏ। 2020 ਲਈ ਨਾਰੀ ਸ਼ਕਤੀ ਪੁਰਸਕਾਰ ਦੇ ਜੇਤੂਆਂ ਚੰਡੀਗੜ੍ਹ ਦੀ ਮੀਰਾ ਠਾਕੁਰ ਵੀ ਸ਼ਾਮਿਲ ਹੈ। ਮੀਰਾ ਠਾਕੁਰ ਵੱਲੋਂ ਸਿੱਕੀ ਘਾਹ ਦੀਆਂ ਸੁੱਕੀਆਂ ਤੰਦਾਂ ਨਾਲ ਸ਼ਾਨਦਾਰ ਜ਼ੇਵਰ ਅਤੇ ਘਰ 'ਚ ਵਰਤਨਯੋਗ ਅਤੇ ਸਜਾਵਟ ਦੇ ਕੰਮ ਆਉਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਨੇ। ਜ਼ਿਕਰਯੋਗ ਹੈ ਕਿ ਇਸ ਵਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਨਵੀਂ ਦਿੱਲੀ 'ਚ ਵਿਸ਼ੇਸ਼ ਸਮਾਗਮ ਕਰਵਾਏ ਗਏ ਸਨ। 1 ਮਾਰਚ ਤੋਂ ਸ਼ੁਰੂ ਹੋਏ ਇਹ ਹਫ਼ਤਾਵਾਰੀ ਸਮਾਗਮ ਅੱਜ ਮੁਕੰਮਲ ਹੋ ਰਹੇ ਨੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਭਿਲਾਸ਼ੀ ਅਰਥਚਾਰੇ ਲਈ ਵਿਕਾਸ ਅਤੇ ਵਿੱਤ ਪੋਸ਼ਣ ਵਿਸ਼ੇ ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲਗਾਤਾਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ। ਦੇਸ਼ ਦੇ ਵਿਕਾਸ 'ਚ ਮਾਲੀ ਅਦਾਰਿਆਂ ਦੀ ਹਿੱਸੇਦਾਰੀ ਅਹਿਮ ਹੈ। ਉਨ੍ਹਾਂ ਕਿਹਾ ਕਿ MSME ਨੂੰ ਮਜ਼ਬੂਤ ਬਣਾਉਣ ਲਈ ਕਈ ਸੁਧਾਰ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਆਤਮ ਨਿਰਭਰ ਮੁਹਿੰਮ ਚਲਾ ਰਿਹਾ ਹੈ। ਦੂਜੇ ਦੇਸ਼ਾਂ ਤੇ ਨਿਰਭਰਤਾ ਘੱਟ ਹੋਵੇ, ਇਸ ਤੇ ਮੰਥਨ ਜ਼ਰੂਰੀ ਹੈ। ਬਰਾਮਦ ਨੂੰ ਵਧਾਉਣਾ ਦੇਸ਼ ਦੀਆਂ ਤਰਜੀਹਾਂ 'ਚ ਸ਼ਾਮਿਲ ਹੈ। ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। सरकार ने तेज ग्रोथ के इस मोमेंटम को जारी रखने के लिए अनेक कदम उठाए हैं। NIIF, गिफ्ट सिटी और नए DFI जैसे संस्थान बनाकर हमने फाइनेंशियल और इकोनॉमिक ग्रोथ को तेज गति देने का प्रयास किया है। फाइनेंस में डिजिटल टेक्नोलॉजी के व्यापक उपयोग को लेकर देश की प्रतिबद्धता अब नेक्स्ट लेवल पर पहुंच रही है। ਇਸ ਵੈਬੀਨਾਰ 'ਚ 16 ਮੰਤਰਾਲਿਆਂ ਤੋਂ ਇਲਾਵਾ ਸੂਬਾ ਸਰਕਾਰਾਂ, ਨੀਤੀ ਆਯੋਗ ਅਤੇ ਸਮਰੱਥਾ ਨਿਰਮਾਣ ਕਮਿਸ਼ਨ ਦੇ ਨੁਮਾਇੰਦੇ ਵੀ ਹਿੱਸਾ ਲੈ ਰਹੇ ਨੇ। ਵੱਖ-ਵੱਖ ਵਿਸ਼ਿਆਂ ਤੇ 5 ਸੈਸ਼ਨ ਕਰਵਾਏ ਜਾ ਰਹੇ ਨੇ। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿੱਤ ਪੋਸ਼ਣ, ਵਧੇਰੇ ਰੁਜ਼ਗਾਰ, ਸਮਰੱਥਾ ਵਾਲੇ ਵਿੱਤੀ ਖੇਤਰ ਅਤੇ ਬੁਨਿਆਦੀ ਢਾਂਚੇ ਲਈ ਸਹਿਯੋਗ ਸਮੇਤ ਇਸ ਦੌਰਾਨ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਵਿੱਤ ਮੰਤਰਾਲੇ ਦਾ ਮੰਤਵ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਕੰਮਾਂ ਨੂੰ ਤੇਜ਼ ਕਰਨ ਲਈ ਮਹੱਤਵਪੂਰਨ ਸੁਝਾਅ ਪ੍ਰਾਪਤ ਕਰਨਾ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਆਉਂਦੇ ਵੀਰਵਾਰ ਹੋਵੇਗੀ, ਜਿਸ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜਲੰਧਰ ਜ਼ਿਲ੍ਹੇ 'ਚ ਪੈਂਦੇ ਸਾਰੇ ਹੀ 9 ਵਿਧਾਨ ਸਭਾ ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਸਥਿਤ 3 ਇਮਾਰਤਾਂ ਵਿੱਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ 'ਚ ਕੀਤੀ ਜਾਵੇਗੀ। ਪੇਸ਼ ਹੈ ਇੱਕ ਰਿਪੋਰਟ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਦੀ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਬੇਸਬਰੀ ਨਾਲ ਉਡੀਕ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਂਗ ਜਲੰਧਰ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੀ ਦੇਖਰੇਖ ਹੇਠ ਵੋਟਾਂ ਦੀ ਗਿਣਤੀ ਦੇ ਕੰਮ ਲਈ ਤਿਆਰੀਆਂ ਜ਼ੋਰਾਂ ਤੇ ਨੇ।
ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਪੱਛਮੀ, ਜਲੰਧਰ ਕੈਂਟ, ਆਦਮਪੁਰ, ਫਲੌਰ, ਨਕੋਦਰ, ਸ਼ਾਹਕੋਟ ਅਤੇ ਕਰਤਾਰਪੁਰ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਲੰਧਰ ਦੇ ਕਪੂਰਥਲਾ ਰੋਡ ਸਥਿਤ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਅਤੇ ਜ਼ਿਲ੍ਹਾ ਭੌਂ ਰਿਕਾਰਡ ਦਫ਼ਤਰ ਦੀਆਂ ਇਮਾਰਤਾਂ ਵਿੱਚ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਨੇ ਦੂਰਦਰਸ਼ਨ ਖਬਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗਿਣਤੀ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ। ਇਹ ਸਾਰੇ 9 ਦੇ 9 ਅਸੈਂਬਲੀ ਕੌਂਸਟੀਟੂਐਂਸੀ ਦੇ ਵਿੱਚ ਜਿਹੜਾ ਸਾਡਾ ਅੰਦਰ ਵਾਇਰਡ ਮੈਸ਼ ਫਰੇਮਵਰਕ ਬਣਦਾ ਹੈ, ਜਿਹਦੇ ਵਿੱਚ ਇੱਕ ਪਾਸੇ ਕਾਊਂਟਿੰਗ ਏਜੰਟ ਹੁੰਦੇ, ਅੰਦਰਲੇ ਪਾਸੇ ਕਾਊਂਟਿੰਗ ਸਟਾਫ ਹੁੰਦਾ, ਉਹ ਸਾਰਾ ਬਣ ਚੁੱਕਿਆ ਹੈ। CCTV ਅਰੇਂਜਮੈਂਟ ਸਾਰਾ, ਜਿਹੜੀ ਸਟਰੋਂਗ ਰੂਮ ਤੋਂ ਕਾਊਂਟਿੰਗ ਹਾਲ ਤੱਕ EVM ਮੂਵਮੈਂਟ ਹੋਏਗੀ, ਉਹ ਪੂਰੀ ਵੀਡੀਓਗ੍ਰਾਫੀ ਦੇ ਅੰਡਰ ਹੋਏਗੀ। ਜਿਹੜੀ ਅਪਾਇੰਟਮੈਂਟ ਆਫ ਕਾਊਂਟਿੰਗ ਏਜੰਟ ਹੈ ਉਹ ਵੀ ਹੋ ਚੁੱਕੇ ਨੇ। ਸੋ 14 ਜਿਹੜੇ ਹੈਗੇ ਟੇਬਲ ਹਰੇਕ ਕੌਂਸਟੀਟੂਐਂਸੀ ਦੇ ਵਿੱਚ ਅਰੇਂਜ ਕੀਤੇ ਨੇ, ਉਹ ਵੀ 2 ਹਾਲ ਦੇ ਵਿੱਚ। ਪਹਿਲਾਂ ਆਪਾਂ ਦੇਖਦੇ ਸੀ ਕਿ ਜਦੋਂ ਤੱਕ ਕੋਵਿਡ ਦਾ ਪ੍ਰਕੋਪ ਨਹੀਂ ਸੀਗਾ, ਹਰੇਕ ਹਾਲ ਦੇ ਵਿੱਚ 14 ਟੇਬਲ ਲਗਾਏ ਜਾਂਦੇ ਸੀਗੇ। ਇਸ ਵਾਰ 2-2 ਹਾਲ ਕ੍ਰੀਏਟ ਕੀਤੇ ਗਏ ਨੇ, ਜਾਂ ਜਿੱਥੇ ਇੱਕ ਹਾਲ ਹੈ ਉਹਦੇ ਵਿੱਚ ਪਾਰਟੀਸ਼ਨ ਕਰਕੇ। ਸੋ ਇਹ 14 ਹਾਲ ਦੇ ਵਿੱਚ 14 ਕਾਊਂਟਿੰਗ ਏਜੰਟ ਉੱਥੇ ਦੀ ਪ੍ਰੋਵੀਜ਼ਨ ਕੀਤੀ ਗਈ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ 3 ਜਿਹੜੇ ਐਡੀਸ਼ਨਲ ਟੇਬਲ, ਜਾਂ ਹੋ ਸਕਦਾ ਕੋਈ RO 4 ਵੀ ਕਰੇ, ਉਹ ਹੈਗੇ ਪੋਸਟਲ ਬੈਲਟ ਤੇ ETB ਬੇਸ ਕਾਊਂਟਿੰਗ ਲਈ। ਸੋ ਉਹ ਜਿਹੜੇ ਹੈਗੇ ਉੱਥੇ ਵੀ ਇੱਕ ਕਾਊਂਟਿੰਗ ਏਜੰਟ ਦੀ ਐਡੀਸ਼ਨਲ ਪ੍ਰੋਵੀਜ਼ਨ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੀਡੀਆ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਗਿਣਤੀ ਦੇ ਹਰ ਰਾਊਂਡ ਤੋਂ ਬਾਅਦ ਰੁਝਾਨ ਲੋਕਾਂ ਨੂੰ ਉਪਲਬਧ ਕਰਵਾਏ ਜਾ ਸਕਣ। ਮੀਡੀਆ ਲਈ ਅਸੀਂ ਸਪੈਸ਼ਲ ਅਰੇਂਜਮੈਂਟਸ ਕੀਤੇ ਨੇ। ਇੱਥੇ ਜਿਹੜਾ ਸਾਡਾ ਇਹ ਸਕੂਲ ਦੇਖ ਰਹੇ ਹੋ ਸਾਹਮਣੇ ਵਾਲਾ, ਇਹਦੇ ਵਿੱਚ ਅਸੀਂ ਇੱਕ ਹਾਲ ਬਣਾਇਆ ਅਤੇ ਬਾਹਰ ਟੈਂਟਡ ਅਕੋਮੋਡੇਸ਼ਨ ਵੀ ਅਰੇਂਜ ਕੀਤੀ ਗਈ ਹੈ, ਤਾਂ ਕਿ ਅਸੀਂ ਇੱਥੇ 100 ਦੇ ਆਸ-ਪਾਸ ਕੁਰਸੀਆਂ ਲਗਾਵਾਂਗੇ। ਅਤੇ ਉੱਥੇ ਹੀ ਅਸੀਂ ਸਾਡਾ LED ਪੈਨਲ ਵਗੈਰਾ ਸਾਰੇ ਚੈਨਲਸ ਦਾ ਵੀ ਦੇ ਦਿੱਤਾ ਹੈ। ਉੱਥੇ ਹੀ ਲੈਪਟਾਪ ਵਗੈਰਾ ਦਾ ਅਰੇਂਜਮੈਂਟ ਜਿਹੜੀ ECI ਦੀ ਵੈਬਸਾਈਟ ਦੇ ਵਿੱਚ ਬੜਾ ਲਾਈਵ ਕਾਊਂਟਿੰਗ ਟ੍ਰੈਂਡ ਹੋ ਜਾਏ ਉਹ ਵੀ ਹੈ। ਅਤੇ ਅਸੀਂ ਸਾਰੇ AC ਵਾਈਜ਼ ਜਿਹੜਾ ਰਾਊਂਡ ਵਾਈਜ਼ ਜਦੋਂ ਅਬਜ਼ਰਵਰ ਤੇ ਰਿਟਰਨਿੰਗ ਆਫਿਸਰ ਸਾਈਨ ਕਰ ਦੇਣਗੇ, ਉਹਦੀ ਵੀ ਕਾਪੀ ਭਿਜਵਾਉਣ ਲਈ ਇੰਤਜ਼ਾਮ ਰੱਖਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਦੁਪਹਿਰ 12 ਤੋਂ 2 ਵਜੇ ਤੱਕ ਮਿਲਣ ਦੀ ਸੰਭਾਵਨਾ ਹੈ। ਤੋ ਜਿੰਨੇ ਤੱਕ ਸਾਡੀ ਉਮੀਦ ਹੈ ਵੀ ਅਰਬਨ ਕੌਂਸਟੀਟੂਐਂਸੀ ਦਾ ਸਾਨੂੰ, ਕਿਉਂਕਿ ਰਾਊਂਡ ਉਹਨਾਂ ਦੇ ਘੱਟ ਨੇ, ਬੂਥ ਘੱਟ ਨੇ, ਤਾਂ 12:30 ਤੱਕ ਸ਼ਾਇਦ ਉਹਨਾਂ ਦਾ EVM ਕਾਊਂਟਿੰਗ ਕੰਪਲੀਟ ਨੇੜੇ ਤੇੜੇ ਹੋ ਜਾਣੀ ਜੀ। ਐਂਡ ਜਿਹੜੇ ਰੂਰਲ ਕੌਂਸਟੀਟੂਐਂਸੀ ਜਿੱਥੇ 250 ਦੇ ਲੱਗੇ ਹੈ, ਉਹ 1:30-2 ਵਜੇ ਤੱਕ ਜਿਹੜਾ ਹੈਗਾ EVM ਕਾਊਂਟਿੰਗ ਮੁਕੰਮਲ ਹੋ ਜਾਣੀ ਹੈ। ਉਸ ਤੋਂ ਬਾਅਦ ਮੈਂਡੇਟਰੀ ਜਿਹੜੀ VVPAT ਸਲਿੱਪ ਹਰੇਕ ਕੌਂਸਟੀਟੂਐਂਸੀ ਦੇ ਵਿੱਚ ਰੈਂਡਮਲੀ ਸਿਲੈਕਟਡ 5 ਬੂਥ ਹੋਣਗੇ, ਜਿਨ੍ਹਾਂ ਦੀ ਉਹ VVPAT ਪਰਚੀਆਂ ਮਿਲਾਨ। ਉਹ ਮੈਂ ਸਮਝਦਾ 2-3 ਘੰਟੇ ਐਡੀਸ਼ਨਲ ਲੱਗਦੇ ਨੇ, ਬਟ ਉਦੋਂ ਤੱਕ ਬਾਈ ਐਂਡ ਲਾਰਜ ਰਿਜ਼ਲਟ ਕਲੀਅਰ ਹੋ ਜਾਂਦਾ। ਸੋ ਉਹ ਇੱਕ ਆਪਾਂ ਨੂੰ ਰਿਜ਼ਲਟ ਦਾ ਫਾਈਨਲਾਈਜੇਸ਼ਨ ਦਾ ਆਲਮੋਸਟ ਪਤਾ ਚੱਲ ਜਾਂਦਾ। ਆਖਰ 10 ਮਾਰਚ ਨੂੰ ਲੰਮੀਆਂ ਚੱਲੀਆਂ ਕਿਆਸ-ਰਾਈਆਂ ਦਾ ਦੌਰ ਖਤਮ ਹੋਵੇਗਾ ਅਤੇ ਪੰਜਾਬ ਵਿੱਚ ਬਣਨ ਵਾਲੀ ਨਵੀਂ ਸਰਕਾਰ ਬਾਰੇ ਸਥਿਤੀ ਸਪਸ਼ਟ ਹੋਵੇਗੀ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਊਸ਼ਾ ਪਵਾਰ, ਦੂਰਦਰਸ਼ਨ ਸਮਾਚਾਰ, ਜਲੰਧਰ। ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਸੰਘਰਸ਼ 'ਚ ਘਿਰੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 22 ਫਰਵਰੀ ਤੋਂ ਵਿਸ਼ੇਸ਼ ਉਡਾਨਾਂ ਸ਼ੁਰੂ ਹੋਣ ਤੋਂ ਬਾਅਦ 17,400 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਅੱਜ 2 ਵਿਸ਼ੇਸ਼ ਉਡਾਨਾਂ ਰਾਹੀਂ ਸੁਸੇਵਾ ਤੋਂ 400 ਤੋਂ ਵੱਧ ਭਾਰਤੀਆਂ ਨੂੰ ਘਰ ਵਾਪਸ ਲਿਆਏ ਜਾਣ ਦੀ ਸੰਭਾਵਨਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਸੰਘਰਸ਼ ਦੌਰਾਨ ਯੂਕਰੇਨ 'ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਵੱਖ-ਵੱਖ ਅੰਬੈਸੀਆਂ ਦੀ ਮਦਦ ਨਾਲ ਸੁਰੱਖਿਅਤ ਘਰ ਵਾਪਸ ਪਰਤ ਰਹੇ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਅਜਿਹੀ ਇੱਕ MBBS ਦੀ ਵਿਦਿਆਰਥਣ ਸ਼ਰੂਤੀ ਲੁਟਾਵਾ 23 ਸਾਲ ਲਈ ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚੋਂ ਡਾਕਟਰੀ ਦੀ ਪੜ੍ਹਾਈ ਵਿਚਾਲੇ ਛੱਡ ਕੇ ਸੁਰੱਖਿਅਤ ਘਰ ਪਰਤੀ ਹੈ। ਸ਼ਰੂਤੀ ਦੀ ਘਰ ਵਾਪਸੀ ਤੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ਰੂਤੀ ਨੇ ਮੌਜੂਦਾ ਸੰਘਰਸ਼ ਦੌਰਾਨ ਯੂਕਰੇਨ 'ਚ ਕੁਝ ਹੋਰਨਾਂ ਵਿਦਿਆਰਥੀਆਂ ਦੀ ਤਰ੍ਹਾਂ ਆਪਣੇ ਤੇ ਹੱਡ ਬੀਤੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਉਹਨਾਂ ਆਪਣੀ ਸੁਰੱਖਿਅਤ ਘਰ ਵਾਪਸੀ ਲਈ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਭਾਰਤ ਸਰਕਾਰ ਨੇ ਬਹੁਤ ਸਾਡੀ ਹੈਲਪ ਕਰੀ। ਸਾਨੂੰ ਸਾਡਾ ਅੱਜ ਹੁਣ ਤੱਕ ਦਾ ਕੋਈ ਪੈਸਾ ਨਹੀਂ ਲੱਗਿਆ, ਇੱਕ ਵੀ ਪੈਸਾ ਨਹੀਂ ਲੱਗਿਆ। ਨਾ ਸਾਡੀ ਟਿਕਟ ਦਾ ਪੈਸਾ ਲੱਗਿਆ, ਨਾ ਸਾਡੀ ਟ੍ਰੇਨ ਦੀ ਟਰੈਵਲਿੰਗ ਦਾ ਪੈਸਾ ਲੱਗਿਆ, ਨਾ ਸਾਡਾ ਰਹਿਣ ਦਾ ਪੈਸਾ ਲੱਗਿਆ। ਮੈਂ ਹੰਗਰੀ ਵੀ ਰਹਿ ਕੇ ਆਈ ਹਾਂ 3 ਦਿਨ, ਤੇ ਸਾਡਾ ਹੋਟਲ ਦੀ ਅਕੋਮੋਡੇਸ਼ਨ ਕੁਝ ਵੀ ਕੋਈ ਪੈਸਾ ਨਹੀਂ ਲੱਗਿਆ। ਸਾਰਾ ਜੋ ਵੀ ਖਰਚਾ ਸੀਗਾ ਸਾਰਾ ਮੋਦੀ ਦੀ ਗਵਰਨਮੈਂਟ ਨੇ, ਐਮਬੈਸੀ ਨੇ ਸਾਰਾ ਚੁੱਕਿਆ। ਭਾਰਤ ਨੇ ਕਿਹਾ ਕਿ ਯੂਕਰੇਨ ਵਿੱਚ ਵਿਗੜ ਰਹੀ ਸਥਿਤੀ ਅਤੇ ਮਨੁੱਖੀ ਸੰਕਟ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਯੂਕਰੇਨ ਸੰਕਟ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਦੌਰਾਨ ਭਾਰਤ ਨੇ ਕਿਹਾ ਕਿ ਪਿਛਲੇ 11 ਦਿਨਾਂ ਦੌਰਾਨ ਤਕਰੀਬਨ 15 ਲੱਖ ਸ਼ਰਨਾਰਥੀਆਂ ਨੇ ਯੂਕਰੇਨ ਦੇ ਗੁਆਂਢੀ ਦੇਸ਼ਾਂ 'ਚ ਸ਼ਰਨ ਲਈ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ
ਪ੍ਰਤੀਨਿਧ TS ਤਿਰੂਮੂਰਤੀ ਨੇ ਮੀਟਿੰਗ 'ਚ ਕਿਹਾ ਕਿ ਇਸ ਮਾਨਵਤਾਵਾਦੀ ਸੰਕਟ ਦੇ ਫੌਰੀ ਹੱਲ ਅਤੇ ਯੂਕਰੇਨ 'ਚ ਫਸੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਨਿਰਵਿਘਨ ਬਾਹਰ ਕੱਢਣ ਦੀ ਲੋੜ ਹੈ। ਰਿਪੋਰਟਾਂ ਅਨੁਸਾਰ ਸੂਮੀ ਯੂਨੀਵਰਸਿਟੀ ਦੇ ਡਾਕਟਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਸਮੇਤ ਸਮੁੱਚੇ ਭਾਰਤੀ ਨਾਗਰਿਕ ਯੂਕਰੇਨ 'ਚ ਫਸੇ ਹੋਏ ਨੇ। ਲਗਾਤਾਰ ਗੋਲੀਬਾਰੀ ਦੇ ਚਲਦਿਆਂ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਦੇ ਆਗੂਆਂ ਨਾਲ ਗੱਲਬਾਤ ਕਰਕੇ ਫੌਰੀ ਜੰਗਬੰਦੀ ਬਾਰੇ ਭਾਰਤ ਦੀ ਅਪੀਲ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨੇ ਦੋਵੇਂ ਧਿਰਾਂ ਨੂੰ ਗੱਲਬਾਤ ਅਤੇ ਕੂਟਨੀਤਿਕ ਢੰਗ ਤਰੀਕਿਆਂ ਨਾਲ ਮਸਲੇ ਦਾ ਹੱਲ ਕੱਢਣ ਲਈ ਕਿਹਾ। ਤਿਰੂਮੂਰਤੀ ਨੇ ਪਿਛਲੇ ਕੁਝ ਦਿਨਾਂ 'ਚ 20,000 ਤੋਂ ਵੱਧ ਭਾਰਤੀਆਂ ਦੀ ਵਾਪਸੀ ਲਈ ਯੂਕਰੇਨ ਅਤੇ ਉਸਦੇ ਗੁਆਂਢੀ ਦੇਸ਼ਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਹੈ। ਸਥਾਈ ਪ੍ਰਤੀਨਿਧ ਨੇ ਦੱਸਿਆ ਕਿ ਭਾਰਤ ਨੇ ਯੂਕਰੇਨ ਅਤੇ ਗੁਆਂਢੀ ਦੇਸ਼ਾਂ ਨੂੰ ਮਨੁੱਖੀ ਸਹਾਇਤਾ ਦੀਆਂ 7 ਖੇਪਾਂ ਭੇਜੀਆਂ ਨੇ। ਇਸ ਤੋਂ ਇਲਾਵਾ ਹੋਰ ਸਹਾਇਤਾ ਸਮੱਗਰੀ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਨਵਤਾਵਾਦੀ ਸਹਾਇਤਾ ਕਾਰਜਾਂ ਨੂੰ ਹਮੇਸ਼ਾ ਸਹਿਯੋਗ, ਮਾਨਵਤਾ ਤੇ ਨਿਰਪੱਖਤਾ ਦੀ ਭਾਵਨਾ ਨਾਲ ਦੇਖਿਆ ਜਾਣਾ ਚਾਹੀਦਾ ਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। India has been consistent in calling for an immediate end to all hostilities. Our Prime Minister once again spoke to the leadership of both sides today and reiterated our call for immediate ceasefire and the need for both parties to return to the path of dialogue and diplomacy. We have also reiterated our urgent demand for safe and uninterrupted passage for all innocent civilians, including Indian nationals remaining in Ukraine. ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਜ਼ਰੂਰ ਲਗਾ ਕੇ ਜਾਓ। ਤੇ ਹੁਣ ਇਜਾਜ਼ਤ ਦਿਓ। ਨਮਸਕਾਰ।